ਮੌਰਗੇਜ ਅਪਰੂਵਲ ਹੋਣ ਵਾਲੀ ਤਰੀਕ ਤੋਂ ਲੈ ਕੇ ਕਲੋਜ਼ਿੰਗ ਡੇਟ ਤੱਕ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਿਆਦਾ ਜ਼ਰੂਰੀ ਆ, ਉਸ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ। ਕੈਨੇਡਾ ਦੇ ਵਿੱਚ ਆਮ ਤੌਰ ਤੇ ਜ਼ਿਆਦਾਤਰ ਲੋਕ ਜਿਹੜੇ ਆ ਉਹ 20% ਤੋਂ ਘੱਟ ਡਾਊਨ ਪੇਮੈਂਟ ਦੇ ਕੇ ਘਰ ਖਰੀਦਦੇ ਆ। ਉਹਦੇ ਵਿੱਚ ਕੀ ਹੁੰਦਾ, ਫਿਰ ਇੱਕ ਤਾਂ ਫਾਈਨੈਂਸ਼ੀਅਲ ਇੰਸਟੀਚਿਊਟ ਹੁੰਦਾ ਜਿੰਨੇ ਮੌਰਗੇਜ ਜਾਂ ਮਨੀ ਲੈਂਡ ਕਰਨਾ ਹੁੰਦਾ ਆ ਐਪਲੀਕੈਂਟ ਨੂੰ। ਨੰਬਰ 2 ਨਾਲ ਇੰਸ਼ੋਰਰ ਵੀ ਇਨਵੋਲਵ ਹੁੰਦਾ, ਕਿਉਂਕਿ ਤੁਸੀਂ 20% ਤੋਂ ਜਾਂ 20% ਤੋਂ ਘੱਟ ਡਾਊਨ ਪੇਮੈਂਟ ਦੇ ਰਹੇ ਹੋ। ਆਪਣੇ ਕੈਨੇਡਾ ਦੇ ਵਿੱਚ 3 ਡੀਫੰਡ ਇੰਸ਼ੋਰਰ ਹੈਗੇ ਨੇ। ਇੱਕ ਤਾਂ ਹੈਗਾ ਕੈਨੇਡਾ ਮੌਰਗੇਜ ਹਾਊਸਿੰਗ ਕਾਰਪੋਰੇਸ਼ਨ, ਨੰਬਰ 2 ਹੈਗੀ ਸੇਜਨ ਜਿਹਨੂੰ ਪਹਿਲਾਂ ਜੈਨਵਰਥ ਵੀ ਕਿਹਾ ਜਾਂਦਾ ਸੀ, ਨੰਬਰ 3 ਹੈਗੀ ਕੈਨੇਡਾ ਗਰੰਟੀ। ਘਰ ਖਰੀਦਣ ਵੇਲੇ ਘਰ ਤੇ ਆਫਰ ਭਰੀ ਜਾਂਦੀ ਆ ਤੇ ਆਫਰ ਐਕਸੈਪਟ ਹੋ ਗਈ, ਫਿਰ ਆਫਰ ਐਕਸੈਪਟ ਹੋਣ ਤੋਂ ਬਾਅਦ ਆਫਰ ਵਾਲਾ ਡਾਕੂਮੈਂਟ, ਇਨਕਮ ਵਾਲੇ ਡਾਕੂਮੈਂਟਸ, ਡਾਊਨ ਪੇਮੈਂਟ ਵਾਲੇ ਡਾਕੂਮੈਂਟਸ ਤੇ ਨਾਲ ਤੁਹਾਡਾ ਕ੍ਰੈਡਿਟ ਚੈੱਕ ਕਰਕੇ ਫਾਈਨੈਂਸ਼ੀਅਲ ਇੰਸਟੀਚਿਊਟ ਤੁਹਾਡੀ ਮੌਰਗੇਜ ਅਪਰੂਵ ਕਰ ਦਿੰਦਾ। ਹੁਣ ਜਦੋਂ ਅਪਰੂਵਲ ਦਾ ਪ੍ਰੋਸੈਸਿੰਗ ਹੁੰਦੀ ਆ ਉਸ ਟਾਈਮ ਤੇ ਜੇ ਫਾਈਨੈਂਸ਼ੀਅਲ ਇੰਸਟੀਚਿਊਟ ਨੂੰ ਲੱਗੇ ਵੀ ਸਟ੍ਰੈਸ ਟੈਸਟ ਦੇ ਹਿਸਾਬ ਦੇ ਨਾਲ ਤੁਹਾਡੇ ਜਿਹੜੀਆਂ ਲਾਇਬਿਲਟੀਆਂ ਨੇ ਜ਼ਿਆਦਾ ਨੇ, ਫਰਜ਼ ਕਰੋ ਤੁਸੀਂ ਕੋ ਲਾਈਨ ਆਊਟ ਕ੍ਰੈਡਿਟ ਚੱਕੀ ਆ ਜਾਂ ਕ੍ਰੈਡਿਟ ਕਾਰਡ ਦੇ ਬਿੱਲ ਜ਼ਿਆਦਾ ਨੇ ਹੈ, ਤੇ ਉਹ ਫਿਰ ਫਾਈਨੈਂਸ਼ੀਅਲ ਇੰਸਟੀਚਿਊਟ ਤੁਹਾਨੂੰ ਕਹਿ ਸਕਦਾ ਹੈ ਉਸ ਟਾਈਮ ਤੇ ਵੀ ਤੁਹਾਡੀਆਂ ਜਿਹੜੀਆਂ ਲਾਇਬਿਲਟੀਆਂ ਨੇ ਜ਼ਿਆਦਾ ਨੇ, ਇਸ ਕਰਕੇ ਤੁਸੀਂ ਆਹ ਜਿਹੜਾ ਪਰਟੀਕੂਲਰ ਕ੍ਰੈਡਿਟ ਕਾਰਡ ਆ ਇਹਦੇ ਤੇ ਤੁਹਾਡਾ ਨਾ $3000 ਐਕਸਟਰਾ ਪਿਆ ਆ, ਜ਼ਿਆਦਾ ਆ ਲਾਇਬਿਲਟੀਆਂ ਕਰਕੇ ਜ਼ਿਆਦਾ ਪਿਆ ਆ, ਇਹਨੂੰ ਤੁਸੀਂ ਪਹਿਲਾਂ $3000 ਨੂੰ ਪੇ ਕਰਕੇ ਆਓ ਤੇ ਸਾਨੂੰ ਰਸੀਦ ਲਿਆ ਕੇ ਦਿਓ, ਫਿਰ ਅਸੀਂ ਤੁਹਾਡੀ ਮੌਰਗੇਜ ਕਰਾਂਗੇ। ਉਹ ਕਿਉਂ ਇਦਾਂ ਕਹਿੰਦੇ ਆ, ਕਿਉਂਕਿ ਸਟ੍ਰੈਸ ਟੈਸਟ ਦੇ ਹਿਸਾਬ ਦੇ ਨਾਲ ਤੁਹਾਡੀ ਟੋਟਲ ਡੈਟ ਸਰਵਿਸ ਜਿਹੜੀ ਆ ਕੈਨੇਡਾ ਮੌਰਗੇਜ ਹਾਊਸਿੰਗ ਕਾਰਪੋਰੇਸ਼ਨ ਦੇ ਹਿਸਾਬ ਦੇ ਨਾਲ 42% ਚਾਹੀਦੀ ਆ, ਸੇਜਨ ਜਾਂ ਜਿਹਨੂੰ ਜੈਨਵਰਥ ਕਹਿੰਦੇ ਆ ਉਹਦੇ ਹਿਸਾਬ ਦੇ ਨਾਲ 44% ਚਾਹੀਦੀ ਆ, ਤੇ ਜਿਹੜੀ ਕੈਨੇਡਾ ਗਰੰਟੀ ਆ ਉਹਦੇ ਹਿਸਾਬ ਦੇ ਨਾਲ ਫਿਰ 44% ਹੀ ਚਾਹੀਦੀ ਆ। ਇਸ ਕਰਕੇ ਜਿਹੜਾ 3000 ਦੀ ਮੈਂ ਗੱਲ ਕੀਤੀ ਕ੍ਰੈਡਿਟ ਕਾਰਡ ਦਾ ਬਿੱਲ ਕਹਿੰਦੇ ਵੀ ਪੇ ਕਰਕੇ ਆਓ, ਕੀ ਪਤਾ ਉਹ 44 ਜੇ ਤੁਸੀਂ ਸੇਜਨ ਤੋਂ ਕਰਵਾਉਂਦੇ 44% ਤੋਂ ਉਹ ਜਿਹੜੀ ਲਿਮਟ ਆ ਉਹ 50 ਤੇ ਪਹੁੰਚੀ ਹੋਏ ਜਾਂ 55 ਤੇ ਪਹੁੰਚੀ ਹੋਏ, ਤੇ ਫਾਈਨੈਂਸ਼ੀਅਲ ਇੰਸਟੀਚਿਊਟ ਕਹਿੰਦਾ ਆ ਵੀ ਜੇ 50 ਤੇ ਲਿਮਟ ਪਹੁੰਚੀ ਆ ਉਹ ਜਿਹੜੀ ਰੇਸ਼ੋ ਆ ਉਹ 50 ਤੋਂ ਅਸੀਂ ਬੈਕ 44 ਤੇ ਲਿਆਉਣੀ ਆ, 44 ਤੇ ਤਾਂ ਆਉਣੀ ਆ ਜੇ ਤੁਸੀਂ ਉਹ $3000 ਦਾ ਭੁਗਤਾਨ ਕਰਕੇ ਆਓਗੇ ਕ੍ਰੈਡਿਟ ਕਾਰਡ 'ਚ। ਠੀਕ ਹੈ ਨਾ, ਇਹਨੂੰ ਤੇ ਕਹਿੰਦੇ ਟੋਟਲ ਡੈਟ ਸਰਵਿਸਿਜ਼ ਜਦੋਂ ਪ੍ਰੋਸੈਸਿੰਗ ਹੁੰਦੀ ਮੌਰਗੇਜ ਦੀ। ਹੁਣ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਸਾਰਿਆਂ ਨਾਲੋਂ ਪਹਿਲਾਂ ਨੰਬਰ 1 ਤੁਸੀਂ ਆਪਣੀ ਜੌਬ ਜਿਹੜੀ ਕਰ ਰਹੇ ਹੋ, ਜਦੋਂ ਮੌਰਗੇਜ ਕਰਵਾਈ ਸੀ ਜਿਹੜੀ ਵੀ ਜੌਬ ਕਰ ਰਹੇ ਹੋ ਉਹ ਤੁਸੀਂ ਜੌਬ ਨੂੰ ਕਲੋਜ਼ਿੰਗ ਡੇਟ ਤੱਕ ਉਸ ਜੌਬ ਨੂੰ ਛੱਡਣਾ ਨਹੀਂ ਆ, ਉਸ ਜੌਬ ਨੂੰ ਹੀ ਕਰੀ ਜਾਣਾ। ਠੀਕ ਹੈ ਨਾ, ਹੁੰਦਾ ਕੀ ਆ ਵੀ ਜਦੋਂ ਤੁਸੀਂ ਕਮਿਟਮੈਂਟ ਸਾਈਨ ਕੀਤੀ ਆ ਜਾਂ ਫਾਈਨੈਂਸ਼ੀਅਲ ਇੰਸਟੀਚਿਊਟ ਨੂੰ ਆਪਣੀ ਇਨਕਮ ਦੀ ਲੈਟਰ ਦਿੱਤੀ ਆ, ਜਿਹੜੇ ਤੁਹਾਡੇ ਇੰਪਲੋਇਰ ਨੇ ਤੁਹਾਡੀ ਇੰਪਲੋਇਮੈਂਟ ਲੈਟਰ ਇਸ਼ੂ ਕੀਤੀ ਹੁੰਦੀ ਆ, ਉਹਦੇ ਤੇ ਲਿਖਿਆ ਹੁੰਦਾ ਵੀ ਆਹ ਜਿਹੜਾ ਪਰਸਨ ਆ ਇਹ ਸਾਡੇ ਕੋਲ ਪਿਛਲੇ 2 ਸਾਲਾਂ ਤੋਂ ਕੰਮ ਕਰ ਰਿਹਾ ਤੇ ਇਹ $35 ਘੰਟੇ ਦੇ ਹਿਸਾਬ ਨਾਲ ਲੈ ਰਿਹਾ, ਜਾਂ ਇਹਦੀ $1,00,000 ਸੈਲਰੀ ਆ ਤੇ ਇਹਦੇ ਤੇ ਕੋਈ ਪ੍ਰੋਬੇਸ਼ਨ ਪੀਰੀਅਡ ਨਹੀਂ ਗਾ, ਇਹਨੇ ਪ੍ਰੋਬੇਸ਼ਨ ਪੀਰੀਅਡ ਕੰਪਲੀਟ ਕੀਤਾ ਆ। ਹੁਣ ਤੁਹਾਡੀ ਅੱਜ ਮੌਰਗੇਜ ਅਪਰੂਵ ਹੋ ਗਈ ਤੇ ਜਦੋਂ 10 ਦਿਨ ਲੰਘੇ ਤੇ ਤੁਸੀਂ ਕੀ ਕੀਤਾ, ਜਾ ਕੇ ਉਹ ਜੌਬ ਛੱਡ ਦਿੱਤੀ ਕਿਉਂਕਿ ਤੁਹਾਨੂੰ ਹੋਰ ਕਿਸੇ ਜੌਬ ਵਿੱਚ $5 ਵੱਧ ਮਿਲਣ ਲੱਗ ਪਏ, ਤੇ ਜਾਂ ਕੋਈ ਚੰਗੀ ਆਪਰਚੁਨਿਟੀ ਸੀ ਤੁਸੀਂ ਉੱਥੋਂ ਜੌਬ ਛੱਡੀ ਦੂਜੀ ਜੌਬ ਤੇ ਚਲ ਗਏ। ਹੁਣ ਫਰਜ਼ ਕਰੋ ਕਲੋਜ਼ਿੰਗ ਡੇਟ ਦੇ ਵਿੱਚ ਜੇ ਫਾਈਨੈਂਸ਼ੀਅਲ ਇੰਸਟੀਚਿਊਟ ਤੁਹਾਨੂੰ ਕਹੇ ਵੀ ਸਾਨੂੰ ਇੱਕ ਜੌਬ ਲੈਟਰ ਹੋਰ ਲਿਆ ਕੇ ਦਿਓ, ਹੁਣ ਮਹੀਨਾ ਹੋ ਗਿਆ ਜਾਂ 1.5 ਮਹੀਨਾ ਹੋ ਗਿਆ, ਅਸੀਂ ਜੌਬ ਫਾਈਨਲ ਅਪਰੂਵਲ ਲਈ ਫਿਰ ਤੁਹਾਡੀ ਕੀ ਉਹਨੂੰ ਕਹਿੰਦੇ ਆ ਜੌਬ ਲੈਟਰ ਚਾਹੁੰਦੇ ਆ ਜਾਂ ਸਾਨੂੰ ਪੇ ਸਟਾਪ ਦਿਓ। ਹੁਣ ਜਦੋਂ ਤੁਸੀਂ ਨਵੀਂ ਜੌਬ ਲੈਟਰ ਲਿਆਉਂਦੇ ਹੋ ਉਹ ਤੇ ਲਿਖਿਆ ਹੁੰਦਾ ਵੀ ਆਹ ਜਿਹੜਾ ਪਰਸਨ ਆ ਸਾਡੇ ਤੋਂ ਮਹੀਨਾ ਕੁ ਹੋਇਆ ਕੰਮ ਕਰਦਿਆਂ ਨੂੰ ਤੇ ਇਹ ਅਜੇ ਪ੍ਰੋਬੇਸ਼ਨ 'ਚ ਆ ਕੰਮ ਕਰ ਰਿਹਾ, ਉਹ ਫਾਈਨੈਂਸ਼ੀਅਲ ਇੰਸਟੀਚਿਊਟ ਜਾਂ ਜਿਹੜੀ ਡੀਫਾਲਟ ਇੰਸ਼ੋਰਰ ਆ ਤੁਹਾਡੀ ਮੌਰਗੇਜ ਜਿਹੜੀ ਅਪਰੂਵ ਹੋਈ ਆ ਉਹਨੂੰ ਅਨਅਪਰੂਵ ਕਰ ਸਕਦੇ ਆ। ਕਹਿਣ ਤੋਂ ਭਾਵ ਕਿ ਤੁਹਾਡੀ ਮੌਰਗੇਜ ਉਹ ਕੈਂਸਲ ਕਰ ਸਕਦੇ ਆ, ਕਿਉਂਕਿ ਕੰਡੀਸ਼ਨ ਬਦਲ ਗਈਆਂ ਨਾ। ਪਹਿਲਾਂ ਜਿਹੜੀ ਤੁਹਾਡੀ ਅਪਰੂਵਲ ਹੋਈ ਸੀ ਉਹਦੇ ਵਿੱਚ ਤੁਸੀਂ ਤੁਹਾਡੇ ਤੇ ਪ੍ਰੋਬੇਸ਼ਨ ਹੈ ਨਹੀਂ ਸੀ, ਹੁਣ ਨਵੀਂ ਜੌਬ ਲੈਟਰ ਦੇ ਹਿਸਾਬ ਨਾਲ ਨਵੀਂ ਜੌਬ ਦੇ ਹਿਸਾਬ ਨਾਲ ਤੁਸੀਂ ਪ੍ਰੋਬੇਸ਼ਨ 'ਚ ਆ ਗਏ, ਉਹ ਚੇਂਜਸ ਆ ਗਈਆਂ ਨਾ, ਇਸ ਕਰਕੇ ਉਹ ਤੁਹਾਡੀ ਮੌਰਗੇਜ ਅਨਅਪਰੂਵ ਹੋ ਸਕਦੀ ਆ। ਹੋਰ ਮੈਂ ਤੁਹਾਨੂੰ ਦਿੰਦਾ ਐਗਜ਼ਾਮਪਲ, ਤੁਸੀਂ ਇਹ ਵੀ ਕੰਮ ਨਹੀਂ ਕਰਨਾ ਵੀ ਜਿੱਥੇ ਕੰਮ ਕਰ ਰਹੇ ਹੋ ਉਹ ਕੰਮ ਛੱਡ ਕੇ ਕੋਈ ਆਪਣਾ ਕੰਮ ਖੋਲ੍ਹ ਲਵੋ। ਹੁਣ ਜੇ ਤੁਸੀਂ ਆਪਣਾ ਕੰਮ ਖੋਲ੍ਹਦੇ ਹੋ ਤਾਂ ਤੁਸੀਂ ਸੈਲਫ ਇੰਪਲੋਇਡ ਬਣ ਜਾਂਦੇ ਹੋ। ਜਦੋਂ ਸੈਲਫ ਇੰਪਲੋਇਡ ਬਣ ਜਾਂਦੇ ਹੋ ਉਹਦੇ ਲਈ ਤੁਹਾਨੂੰ 2 ਸਾਲ ਦੀ ਜਿਹੜੀ ਇਨਕਮ ਹੈ ਤੁਹਾਡੀ ਉਹ ਤੁਹਾਨੂੰ ਵਿਖਾਉਣੀ ਪੈਣੀ ਹੈ। ਫਿਰ 2 ਸਾਲ ਦੀ ਐਵਰੇਜ ਇਨਕਮ ਕਰਕੇ ਹੀ ਤੁਹਾਡੀ ਮੌਰਗੇਜ ਹੋਊਗੀ। ਇਹ ਤਾਂ ਹੋ ਗਿਆ ਜੌਬ ਦੇ ਰਿਲੇਟਡ। ਨੰਬਰ 2,
ਜਿਹੜੀ ਤੁਹਾਡੀ ਡਾਊਨ ਪੇਮੈਂਟ ਆ, ਹੁਣ ਜਦੋਂ ਤੁਹਾਡੀ ਪ੍ਰੋਸੈਸਿੰਗ ਮੌਰਗੇਜ ਦੀ ਕੀਤੀ ਸੀ, ਉਹਨਾਂ ਡਾਊਨ ਪੇਮੈਂਟ ਤੇ ਤੁਹਾਡੇ ਕੋਲ ਪਿਛਲੇ 90 ਦਿਨਾਂ ਦੀਆਂ ਸਟੇਟਮੈਂਟ ਮੰਗਾਈਆਂ ਸੀਗੀਆਂ ਵੀ ਤੁਹਾਡੇ ਕੋਲ ਗ੍ਰੈਜੂਅਲ ਸੇਵਿੰਗ ਹੈਗੀ ਆ ਡਾਊਨ ਪੇਮੈਂਟ ਦੇਣ ਨੂੰ, ਠੀਕ ਹੈ ਨਾ। ਉਹਦੇ ਬੇਸ ਤੇ ਉਹਨਾਂ ਨੇ ਤੁਹਾਡੀ ਮੌਰਗੇਜ ਕਰਤੀ। ਜਿਹੜੀ ਤੁਹਾਡੀ ਡਾਊਨ ਪੇਮੈਂਟ ਆ, ਉਹਦੇ ਵਿੱਚੋਂ ਵੀ ਤੁਸੀਂ ਕੋਈ ਉਸ ਮਨੀ ਦੇ ਨਾਲ ਛੇੜਖਾਨੀ ਨਹੀਂ ਕਰਨੀ, ਉਹਨੂੰ ਬਿਲਕੁਲ ਲੌਕ ਕਰਕੇ ਰੱਖ ਦੇਣਾ। ਨਾ ਉਹਨੂੰ ਕਿਤੇ ਕੱਢ ਕੇ ਕਿਸੇ ਨੂੰ ਉਧਾਰੇ ਦੇਣੇ ਆ, ਕਿਸੇ ਵੇਲੇ ਉਧਾਰੇ ਜਿਹੜੇ ਪੈਸੇ ਡਾਲਰ ਦਿੱਤੇ ਹੁੰਦੇ ਆ ਵਾਪਸ ਨਹੀਂ ਹੁੰਦੇ, ਨਾ ਹੀ ਤੁਸੀਂ ਕੋਈ ਉਹਨਾਂ ਜਿਹੜੇ ਡਾਊਨ ਪੇਮੈਂਟ ਵਾਲੇ ਡਾਲਰ ਆ ਉਹਨਾਂ ਵਿੱਚ ਕੋਈ ਡਾਲਰ ਖਰਚਣਾ, ਉਹ ਬਿਲਕੁਲ ਨੂੰ ਲੌਕ ਕਰਕੇ ਰੱਖ ਲੈਣਾ, ਠੀਕ ਹੈ ਨਾ। ਨੰਬਰ 3, ਹੁਣ ਮਨ ਚਾਹੁੰਦਾ ਵੀ ਆਪਾਂ ਘਰ ਤਾਂ ਨਵਾਂ ਲੈਣ ਲੱਗੇ ਆ, ਚਲੋ ਆਪਾਂ ਗੱਡੀ ਵੀ ਨਵੀਂ ਕਢਾ ਲੈਂਦੇ ਆ। ਹੁਣ ਗੱਡੀ ਜੇ ਤਾਂ ਤੁਸੀਂ ਕੈਸ਼ ਤੇ ਲੈਂਦੇ ਹੋ ਫਿਰ ਤਾਂ ਠੀਕ, ਪਰ ਜੇ ਤੁਸੀਂ ਗੱਡੀ ਲੋਨ ਤੇ ਲੈਂਦੇ ਹੋ ਫਿਰ ਉਹ ਜਿਹੜਾ ਲੋਨ ਆ ਉਹ ਵੀ ਤੁਹਾਡੀਆਂ ਲਾਇਬਿਲਟੀ ਬਣ ਜਾਣੀਆਂ। ਜਿਹੜੀ ਮੈਂ ਸ਼ੁਰੂ 'ਚ ਦੱਸਿਆ ਸੀ ਨਾ ਵੀ ਉਹ ਕ੍ਰੈਡਿਟ ਕਾਰਡ ਕਹਿੰਦੇ ਸੀ ਵੀ ਤੁਹਾਡੀਆਂ 44 ਤੋਂ 50 ਹੋ ਗਈਆਂ ਨੇ ਤੇ $3000 ਦੇ ਕੇ ਆਓ, ਉਸੇ ਲਾਇਬਿਲਟੀਆਂ ਦੇ ਵਿੱਚ ਹੀ ਤੁਹਾਡਾ ਜਿਹੜਾ ਗੱਡੀ ਦਾ ਲੋਨ ਆ ਜਾਣਾ ਆ। ਉਹ ਕੀ ਪਤਾ ਰੇਸ਼ੋ ਗੱਡੀ ਕਿਤੇ ਲੋਨ ਕਰਕੇ ਤੁਹਾਡੀ 44 ਤੋਂ 60 ਤੱਕ ਪਹੁੰਚ ਜਿਓ ਰੇਸ਼ੋ, ਠੀਕ ਹੈ ਨਾ। ਇਸ ਕਰਕੇ ਉਹ ਗੱਡੀ ਵੀ ਨਹੀਂ ਕੋਈ ਆਪਾਂ ਨਵੀਂ ਖਰੀਦਣੀ, ਜੇ ਖਰੀਦਣੀ ਹੈ ਤਾਂ ਕੈਸ਼ ਖਰੀਦ ਸਕਦੇ ਹੋ। ਜੇ ਤੁਸੀਂ ਕਹੋ ਵੀ ਆਪਾਂ ਚਲੋ ਲੌਂਗ ਹਾਲ ਟਰੱਕ ਜਿਹੜਾ ਉਹਦੀ ਲੀਜ਼ ਤੇ ਆਪਾਂ ਟਰੱਕ ਲੈ ਲੈਣੇ 70-80 ਹਜ਼ਾਰ ਦਾ ਨਵਾਂ ਟਰੱਕ ਲਿਆ ਹੈ ਨਾ, ਉਹ ਤੇ ਲੋਨ ਲੈ ਲਿਆ, ਉਹ ਵੀ ਜਿਹੜਾ ਉਹ ਵੀ ਤੁਹਾਡੀਆਂ ਲਾਇਬਿਲਟੀਆਂ ਬਣ ਜਾਣੀਆਂ ਨੇ। ਇਸ ਕਰਕੇ ਕੋਈ ਵੀ ਲੋਨ ਨਹੀਂ ਲੈਣਾ। ਅਗਲਾ ਸਟੈਪ ਆਪਾਂ ਨੂੰ ਹੁੰਦਾ ਵੀ ਚਲੋ ਘਰ ਨਵਾਂ ਲੈਣ ਲੱਗੇ ਆ, ਹੁਣ ਆਪਾਂ ਫਰਨੀਚਰ ਅਪਲਾਇੰਸਸ ਵੀ ਨਵੇਂ ਲੈ ਲੈਣੇ ਆ। ਜੇ ਤਾਂ ਤੁਸੀਂ ਲੈਂਦੇ ਹੋ ਕੈਸ਼ ਫਿਰ ਤਾਂ ਠੀਕ ਆ, ਪਰ ਜੇ ਕੈਸ਼ ਨਹੀਂ ਲੈਂਦੇ ਲੋਨ ਤੇ ਲੈਂਦੇ ਹੋ ਉਹ ਵੀ ਤੁਹਾਡੀਆਂ ਲਾਇਬਿਲਟੀਆਂ ਬਣ ਜਾਣੀਆਂ, ਠੀਕ ਹੈ। ਅਗਲਾ ਸਟੈਪ, ਤੁਸੀਂ ਅੱਜ ਮੌਰਗੇਜ ਅਪਰੂਵਲ ਕਰਾ ਲਈ ਤੇ ਤੁਹਾਨੂੰ ਅਗਲੇ ਵੀਕ ਕੋਈ ਤੁਹਾਡਾ ਫਰੈਂਡ ਕਹਿੰਦਾ ਵੀ ਮੈਂ ਯਾਰ ਗੱਡੀ ਲੈਣੀ ਆ ਤੇ ਮੇਰੇ ਉੱਥੇ ਜਾ ਕੇ ਨਾਲ ਸਾਈਨ ਕਰਦੀ, ਮੈਂ ਨਵਾਂ ਆਇਆ ਕੈਨੇਡਾ 'ਚ ਤੇ ਉਹ ਕਹਿੰਦੇ ਵੀ ਨਾਲ ਕੋਈ ਸਾਈਨ ਕਰਨ ਵਾਲਾ ਚਾਹੀਦਾ ਆ, ਜਾਂ ਉਹਨੇ ਫਰਿੱਜ ਹੀ ਲੈਣਾ ਆ, ਜਾਂ ਉਹਨੇ TV ਲੈਣਾ ਆ, ਤੇ ਤੁਸੀਂ ਉੱਥੇ ਨਾਲ ਉੱਥੇ ਜਾ ਕੇ ਸਾਈਨ ਕਰ ਰਹੇ। ਉਹ ਜਿਹੜੇ ਤੁਸੀਂ TV ਤੇ ਜਾਂ ਫਰਿੱਜ ਤੇ ਆਪਣੇ ਯਾਰ ਦੋਸਤ ਜਾਂ ਤੁਹਾਡਾ ਕਾਰ ਦੇ ਉੱਤੇ ਯਾਰ ਦੋਸਤ ਦੀ ਸਾਈਨ ਕਰਕੇ ਆਇਓ ਜਾਂ ਰਿਸ਼ਤੇਦਾਰ ਦੀ ਸਾਈਨ ਕਰਕੇ ਆਓ, ਉਹ ਵੀ ਤੁਹਾਡੀਆਂ ਲਾਇਬਿਲਟੀਆਂ ਗਿਣੀਆਂ ਜਾਣੀਆਂ। ਹੁਣ ਫਾਈਨੈਂਸ਼ੀਅਲ ਜਿਹੜੀ ਤੁਹਾਡੀ ਮੌਰਗੇਜ ਅਪਰੂਵਲ ਡੇਟ ਤੋਂ ਲੈ ਕੇ ਕਲੋਜ਼ਿੰਗ ਡੇਟ ਤੱਕ ਇਹੋ ਜਿਹਾ ਕੰਮ ਬਿਲਕੁਲ ਕੋਈ ਨਹੀਂ ਕਰਨਾ, ਕਿਸੇ ਤੇ ਜਾ ਕੇ ਪੇਪਰਾਂ ਤੇ ਸਾਈਨ ਕਰੇ, ਕਿਸੇ ਲਈ ਪੇਪਰਾਂ ਤੇ ਜਾ ਕੇ ਸਾਈਨ ਕਰਾਓ। ਅਗਲਾ ਸਟੈਪ, ਜਿਹੜੇ ਤੁਹਾਡੀਆਂ ਬਿੱਲ ਪੇਮੈਂਟਸ ਆ ਉਹ ਮੌਰਗੇਜ ਅਪਰੂਵਲ ਤੋਂ ਲੈ ਕੇ ਕਲੋਜ਼ਿੰਗ ਡੇਟ ਤੱਕ ਜਿਹੜੀਆਂ ਬਿੱਲਸ ਸਾਰੇ ਬਿੱਲਸ ਦੀਆਂ ਪੇਮੈਂਟ ਟਾਈਮਲੀ ਕਰਨੀਆਂ ਨੇ। ਕਹਿਣ ਤੋਂ ਭਾਵ ਕ੍ਰੈਡਿਟ ਕਾਰਡ ਜਿਹੜੇ ਹੈਗੇ ਆ ਉਹ ਬਿਲਕੁਲ ਟਾਈਮਲੀ ਦੇਈ ਜਾਣੇ ਆ, ਕਿਉਂਕਿ ਜੇ ਤੁਸੀਂ ਇੱਕ ਵੀ ਪੇਮੈਂਟ ਮਿਸ ਕਰ ਗਏ ਤਾਂ ਤੁਹਾਡੇ ਕ੍ਰੈਡਿਟ ਤੇ ਚੜ ਗਈ ਤੇ ਉਹ ਤੁਹਾਡੀ ਮੌਰਗੇਜ ਜਿਹੜੀ ਅਪਰੂਵ ਹੋਈ ਆ ਉਹ ਅਨਅਪਰੂਵ ਹੋ ਸਕਦੀ ਆ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਮੌਰਗੇਜ ਕਰਨ ਵੇਲੇ ਤੁਹਾਡੇ ਨਾਲ ਲੌਂਗ ਟਰਮ ਤੇ ਤੁਹਾਡੇ ਸ਼ਾਰਟ ਟਰਮ ਗੋਲਸ ਡਿਸਕਸ ਕੀਤੇ ਜਾਣ, ਮੌਰਗੇਜ ਦੀਆਂ ਸਾਰੀਆਂ ਬਰੀਕੀਆਂ ਡਿਸਕਸ ਕੀਤੀਆਂ ਜਾਣ, ਜਾਂ ਫਿਰ ਤੁਹਾਡੀ ਆਲਰੇਡੀ ਮੌਰਗੇਜ ਹੈਗੀ ਆ ਤੇ ਤੁਸੀਂ ਉਸ ਮੌਰਗੇਜ ਨੂੰ ਰਿਵਿਊ ਕਰਵਾਉਣਾ ਚਾਹੁੰਦੇ ਹੋ, ਜਾਂ ਕਿਤੇ ਤੁਹਾਡੀ ਮੌਰਗੇਜ ਆਲਰੇਡੀ ਹੈਗੀ ਆ ਤੇ ਉੱਥੇ ਤੁਹਾਡਾ ਇੰਟਰਸਟ ਰੇਟ ਹਾਇਰ ਆ ਤੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਆਪਣੀ ਮੌਰਗੇਜ ਮੂਵ ਕਰਨੀ ਹੈ ਜਿੱਥੇ ਤੁਹਾਨੂੰ ਸਸਤਾ ਇੰਟਰਸਟ ਰੇਟ ਮਿਲ ਸਕੇ, ਤਾਂ ਤੁਸੀਂ ਮੈਨੂੰ ਕਦੋਂ ਵੀ 204 667 1300 ਤੇ ਫੋਨ ਕਰ ਸਕਦੇ ਹੋ।